ਸਵਾਗਤ ਕਰਦੀ ਹਾਂ ਜੀ ਤੁਹਾਡਾ ਸਭ ਦਾ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਥਿਊਰੀ ਕਰਨੀ ਹੈ ਨੈਤਿਕਤਾ ਦਾ ਸਿਧਾਂਤ, ਕੋਲਬਰਗਸ ਥਿਊਰੀ। ਇਟ ਇਜ਼ ਵੈਰੀ ਇੰਪੋਰਟੈਂਟ ਫॉर ਪੀਐਸਟੈਟ ਬੋਥ 1 ਔਰ 2। ਠੀਕ ਹੈ, ਦੋਨਾਂ ਦੇ ਲਈ ਹੀ ਵੈਰੀ ਇੰਪੋਰਟੈਂਟ ਇਹ ਥਿਊਰੀ ਹੈ ਕੋਲਬਰਗ ਦੀ ਥਿਊਰੀ। ਠੀਕ ਹੈ, ਅਤੇ ਆਪਣੀ ਇਹ ਰਹਿੰਦੀ ਸੀ ਕਰਨ ਵਾਲੀ, ਤਾਂ ਇਹਨੂੰ ਧਿਆਨ ਦੇ ਨਾਲ ਸੁਣ ਲੈਣਾ। ਜੇ ਸੁਣਿਆ ਹੋਏਗਾ ਹੋ ਸਕੇ ਲਿਖ ਵੀ ਲੈਣਾ, ਅਤੇ ਨਾਲ ਆਪਾਂ ਕਰਾਂਗੇ। ਤਾਂ ਨੈਤਿਕਤਾ ਦੀ ਪਰਿਭਾਸ਼ਾ, ਠੀਕ ਹੈ, ਇਹ ਵੈਰੀ ਇੰਪੋਰਟੈਂਟ ਹੈ। ਦੇਖੋ ਇਹਨੂੰ ਛੱਡਣਾ ਨਹੀਂ ਆ ਹਰ ਹਾਲਤ ਵਿੱਚ ਵੀ। ਉਹ ਯੋਗਤਾ ਸ਼ਕਤੀ, ਵਿਚਾਰ ਜਾਂ ਤਰਕ ਜੋ ਸਾਨੂੰ ਸਹੀ ਅਤੇ ਗਲਤ ਵਿੱਚ ਅੰਤਰ ਦੱਸੇ, ਚੰਗੇ ਅਤੇ ਮਾੜੇ ਵਿਵਹਾਰ ਦਾ ਅਹਿਸਾਸ ਕਰਾਏ ਨੂੰ ਨੈਤਿਕਤਾ ਕਹਿੰਦੇ ਨੇ। ਇਹ ਕਦਰਾਂ ਕੀਮਤਾਂ ਦਾ ਇੱਕ ਵਿਸ਼ੇਸ਼ ਪ੍ਰਬੰਧ ਹੁੰਦਾ ਹੈ ਜੋ ਸਾਡੇ ਵਿਵਹਾਰ ਨੂੰ ਨਿਸ਼ਚਿਤ ਕਰਦਾ ਹੈ। ਠੀਕ ਹੈ, ਨੈਤਿਕਤਾ ਮਿਆਰਾਂ ਦਾ ਸਮੂਹ ਹੈ, ਮਤਲਬ ਗਰੁੱਪ ਆਫ ਸਟੈਂਡਰਡਸ, ਜੋ ਸਟੈਂਡਰਡਸ ਮਾਇਰ ਕੀਤੇ ਹੁੰਦੇ ਆ ਸੁਸਾਇਟੀ ਨੇ, ਰਿਲੀਜਨ ਨੇ, ਕਲਚਰ ਨੇ ਸਾਡੇ ਵਾਸਤੇ। ਉਹ ਕੀ ਹੈ? ਸਾਰਾ ਕੁਛ ਨੈਤਿਕਤਾ ਹੈ। ਇਹ ਇੱਕ ਵਿਸ਼ੇਸ਼ ਸਮਾਜ ਦੇ ਸਭ ਲੋਕਾਂ ਲਈ ਇੱਕੋ ਜਿਹਾ ਹੁੰਦਾ ਹੈ। ਠੀਕ ਹੈ, ਇਹਦੇ ਵਿੱਚੋਂ ਪੈਡਾਗੋਜੀਕਲ ਕੁਐਸਚਨ ਆਉਂਦਾ ਹੁੰਦਾ ਨਾ, ਨੈਤਿਕਤਾ ਦਾ ਸੰਬੰਧ ਹੈ ਹੇਠਾਂ ਵਿੱਚੋਂ ਕਿਸ ਦਾ ਸੰਬੰਧ ਨਹੀਂ ਹੈ, ਤਾਂ ਉਹਦੇ ਵਿੱਚੋਂ ਫਿਰ ਇੱਦਾਂ ਦੇ ਇਹ ਥਿਊਰੀ ਪੜ੍ਹੀ ਹੋਏਗੀ ਨਾ, ਫਿਰ ਆਪਾਂ ਨਹੀਂ ਵਾਲਾ ਕੁਐਸਚਨ ਜਿਹੜਾ ਕੱਢ ਸਕਦੇ ਹਾਂ ਬਾਹਰ। ਅੱਗੇ ਹੈ ਨੈਤਿਕਤਾ ਤੋਂ ਭਾਵ ਅੱਛਾਈ, ਗੁੱਡਨੈਸ ਜਾਂ ਸਹੀ ਰਾਈਟਨੈਸ ਹੋਣਾ ਹੁੰਦਾ ਹੈ। ਕੋਲਬਰਗ ਨੇ ਨੈਤਿਕਤਾ ਦੇ ਸਿਧਾਂਤ ਲਈ 3 ਪੱਧਰਾਂ ਦਾ ਸੁਝਾਅ ਦਿੱਤਾ ਹੈ। ਇਹਨੇ ਕਿੰਨੇ ਪੱਧਰ ਦਿੱਤੇ ਨੇ ਆਪਣੀ ਥਿਊਰੀ ਦੇ ਵਿੱਚ? 3 ਦੇ ਵਿੱਚੋਂ ਹਰੇਕ ਪੱਧਰ ਦੇ ਵਿੱਚ 2-2 ਪੜਾਅ ਦਿੱਤੇ ਆ ਇਹਨੇ। ਠੀਕ ਹੈ, ਮਤਲਬ 6 ਪੜਾਅ ਹੋ ਜਾਂਦੇ ਇਹਦੇ। ਠੀਕ ਹੈ, ਲੈਵਲ 3 ਨੇ, ਪੜਾਅ 6 ਨੇ। ਇਹ ਨੋਟ ਕਰ ਲੈਣਾ ਧਿਆਨ ਦੇ ਨਾਲ। ਅਗਲਾ ਹੈ ਕੀ ਕਹਿੰਦੇ ਨੇ, ਨੈਤਿਕਤਾ ਵਿਕਾਸ ਦੇ ਸਿਧਾਂਤਾਂ ਦਾ ਨਿਰਮਾਣ ਕਰਨ ਲਈ ਕੋਲਬਰਗ ਨੇ ਲੋਕਾਂ ਨੂੰ ਕਾਲਪਨਿਕ ਪ੍ਰਸਥਿਤੀਆਂ ਬਾਰੇ ਕਈ ਪ੍ਰਸ਼ਨ ਪੁੱਛੇ। ਦੇਖੋ ਇਹ ਸਾਈਕੋਲੋਜਿਸਟ ਬਹੁਤ ਮਤਲਬ ਹੋਰ ਹੀ ਮਤਲਬ ਸਾਨੂੰ ਲੱਗਦਾ, ਦੇਖੋ ਇਹਨਾਂ ਨੇ ਇਹ ਬੜਾ ਰਿਸਰਚਸ ਕਰਕੇ ਫਿਰ ਸਾਡੇ ਮੂਹਰੇ ਥਿਊਰੀ ਲੈ ਕੇ ਆਉਂਦੇ ਆ, ਫਿਰ ਉਹ ਮਤਲਬ ਇੰਟਰਸਟਿੰਗ ਲੱਗਦਾ ਪੜ੍ਹਨਾ ਕਿ ਦੇਖੋ ਕਿੰਨਾ ਕੁਛ ਹੈ ਨਾ ਲੋਕ ਕਰਦੇ ਆ। ਲੋਕਾਂ ਨੂੰ ਕਾਲਪਨਿਕ ਪ੍ਰਸਥਿਤੀਆਂ ਬਾਰੇ ਕਈ ਪ੍ਰਸ਼ਨ ਪੁੱਛੇ ਜਿਨ੍ਹਾਂ ਦਾ ਸੰਬੰਧ ਕਦਰਾਂ ਕੀਮਤਾਂ ਨਾਲ ਸੀ। ਠੀਕ ਹੈ, ਦੇਖੋ ਪਹਿਲੀ ਸਟੇਜ ਹੈਗੀ ਆ ਪ੍ਰੀ ਕਨਵੈਨਸ਼ਨਲ ਸਟੇਜ। ਤੁਸੀਂ ਪੰਜਾਬੀ ਵੱਲ ਨਹੀਂ ਜਾਣਾ, ਇੰਗਲਿਸ਼ ਹੀ ਯਾਦ ਕਰਨੀ। ਪ੍ਰੀ ਕਨਵੈਨਸ਼ਨਲ ਸਟੇਜ, ਫਿਰ ਵੀ ਪੰਜਾਬੀ 'ਚ ਦੱਸ ਦੇਣੀ ਪੂਰਵ ਰਸਮੀ ਪੱਧਰ, ਭੁੱਲ ਜਾਓਗੇ ਪੂਰਵ ਰਸਮੀ ਪੱਧਰ। ਠੀਕ ਹੈ, ਹੋ ਸਕਦਾ ਉੱਥੇ ਹਿੰਦੀ 'ਚ ਦੱਸ ਦੇਣ ਪੂਰਵ ਜੋ ਵੀ ਆ ਹੈ ਨਾ, ਕੁਛ ਹੋਰ ਸਪੈਲਿੰਗ ਲਿਖ ਦੇਣਾ ਪੰਜਾਬੀ 'ਚ, ਤਾਂ ਫਿਰ ਇੰਗਲਿਸ਼ ਵਾਲਾ ਤਾਂ ਉਹੀ ਰਹੇਗਾ ਨਾ, ਪ੍ਰੀ ਕਨਵੈਨਸ਼ਨਲ ਸਟੇਜ। ਇਹਦੇ ਵਿੱਚ ਕੀ ਹੈ ਨੈਤਿਕਤਾ ਦਾ ਇਹ ਤਰਕ, ਹੁਣ ਧਿਆਨ ਨਾਲ ਦੇਖ ਲਓ। ਪ੍ਰੀ ਕਨਵੈਨਸ਼ਨਲ ਸਟੇਜ ਦੇ ਅੰਡਰ ਅਕੋਰਡਿੰਗ ਟੂ ਕੋਲਬਰਗਸ ਥਿਊਰੀ ਕੀ ਆਉਂਦਾ ਆ? ਨੈਤਿਕਤਾ ਦਾ ਇਹ ਤਰਕ ਬੱਚਿਆਂ ਵਿੱਚ ਵਧੇਰੇ ਪ੍ਰਚਲਿਤ ਹੈ। ਠੀਕ ਹੈ, ਇਹ ਪਹਿਲੀ ਲਾਈਨ ਤਾਂ ਹੀ ਨੋਟ ਕਰਨ ਯੋਗ ਹੋਗੀ ਕਿ ਇਹ ਬੱਚਿਆਂ ਵਿੱਚ ਪ੍ਰਚਲਿਤ ਹੈ ਪਹਿਲੀ ਸਟੇਜ। ਇਸ ਪੱਧਰ ਵਿੱਚ ਕਿਰਿਆ ਦੇ ਆਧਾਰ ਦੇ ਸਿੱਧੇ ਨਤੀਜੇ ਨੂੰ ਨੈਤਿਕਤਾ ਦਾ ਆਧਾਰ ਬਣਾਇਆ ਜਾਂਦਾ। ਤੁਸੀਂ ਇਹਨੂੰ ਗੱਲ ਨੂੰ ਐਗਜ਼ਾਮਪਲ ਰਾਹੀਂ ਸਮਝਣਾ, ਫਿਰ ਸਮਝ ਆਏਗਾ। ਨੈਤਿਕਤਾ ਦਾ ਸਿਧਾਂਤ ਬਣਾਇਆ ਜਾਂਦਾ ਹੈ ਬੱਚੇ ਨੇ ਇਸ ਸਮੇਂ ਸਮਾਜ ਦੇ ਗਲਤ ਜਾਂ ਸਹੀ ਮਿਆਰਾਂ ਨੂੰ ਸਮਝਿਆ ਨਹੀਂ ਹੁੰਦਾ, ਅਤੇ ਉਹ ਸਿਰਫ ਕਿਰਿਆ ਦੇ ਬਾਹਰੀ ਨਤੀਜਿਆਂ ਤੋਂ ਇਸ ਗਲਤ ਜਾਂ ਸਹੀ ਦਾ ਫੈਸਲਾ ਕਰ ਲੈਂਦਾ ਹੈ। ਹੁਣ ਇਹ ਸਾਰਾ ਕੁਝ ਤੁਹਾਨੂੰ ਕਿਵੇਂ ਸਮਝ ਲੱਗੇਗਾ, ਦੇਖਦੇ ਹਾਂ ਐਗਜ਼ਾਮਪਲ। ਦੇਖੋ ਪੜਾਅ 1 ਕੀ ਆ? ਪਹਿਲੇ ਪੜਾਅ ਵਿੱਚ ਬੱਚਾ ਕਿਰਿਆ ਦੇ ਸਿੱਧੇ ਨਤੀਜੇ ਉੱਤੇ ਕੇਂਦਰਿਤ ਰਹਿੰਦਾ ਹੈ। ਠੀਕ ਹੈ, ਦੇਖੋ ਜਿਵੇਂ ਕਿਰਿਆ ਕਰਨ ਵਾਲੇ ਨੂੰ ਸਜ਼ਾ ਮਿਲਦੀ ਆ, ਕਿਸੇ ਨੇ ਮਤਲਬ ਕਿਸੇ ਨੂੰ ਸਜ਼ਾ ਮਿਲ ਰਹੀ ਆ। ਠੀਕ ਹੈ, ਮਤਲਬ ਫਿਜ਼ੀਕਲ ਪਨਿਸ਼ਮੈਂਟ ਕਹਿ ਸਕਦੇ ਆਪਾਂ। ਠੀਕ ਹੈ, ਤਾਂ ਇਹ ਨੈਤਿਕ ਕਿਰਿਆ ਹੈ। ਬੱਚੇ ਨੂੰ ਲੱਗਦਾ ਕਿ ਇਹ ਗਲਤ ਕੰਮ ਆ ਬਈ, ਇਸ ਕਰਕੇ ਇਹਨੂੰ ਸਜ਼ਾ ਮਿਲੀ ਆ। ਜਿੰਨੀ ਵੱਡੀ ਸਜ਼ਾ ਮਿਲਦੀ ਹੈ ਕਿਰਿਆ ਨੂੰ ਓਨਾ ਹੀ ਭੈੜਾ ਸਮਝਿਆ ਜਾਂਦਾ ਹੈ। ਜਿੰਨੀ ਵੱਡੀ ਸਜ਼ਾ ਹੋਏਗੀ ਬੱਚਾ ਸਮਝੇਗਾ ਕਿ ਇਹ ਓਨੀ ਹੀ ਭੈੜੀ ਕਿਰਿਆ ਹੈ। ਬੱਚਾ ਸੋਚਦਾ ਹੈ ਕਿ ਮੈਨੂੰ ਪਿਛਲੀ ਵਾਰ ਇਹ ਕੰਮ ਕਰਨ 'ਤੇ ਸਜ਼ਾ ਮਿਲੀ ਸੀ, ਇਸ ਲਈ ਮੈਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਜਦੋਂ ਕਲਾਸ ਟੀਚਰ ਇੱਕ ਵਾਰੀ ਸੋਟੀ ਮਾਰ ਦਿੰਦਾ, ਵੈਸੇ ਤਾਂ ਹੁਣ ਵੈਸੇ ਸੋਟੀ ਮਾਰਨੀ ਨਹੀਂ ਚਾਹੀਦੀ ਬੱਚਿਆਂ ਦੇ, ਆਪਾਂ ਇੱਕ ਵਾਰੀ ਉਹਨਾਂ ਨੂੰ ਝਟਕ ਦਿੰਦੇ ਹਾਂ। ਠੀਕ ਹੈ, ਜਾਂ ਕਲਾਸ 'ਚੋਂ ਬਾਹਰ ਕੱਢ ਦਿੰਦੇ ਹਾਂ, ਫਿਰ ਉਹਨੂੰ ਪਤਾ ਲੱਗ ਜਾਂਦਾ ਕਿ ਮੈਨੂੰ ਬਾਹਰ ਕੱਢਿਆ ਸੀ, ਇਹ ਕੰਮ ਮੈਂ ਹੁਣ ਕਰਨਾ ਨਹੀਂ, ਇਹ ਗਲਤ ਕੰਮ ਆ, ਇਸ ਲਈ ਮੈਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਬੱਚਾ ਅੱਧੀ ਛੁੱਟੀ ਸਕੂਲੋਂ ਸਿਰਫ ਇਸ ਲਈ ਨਹੀਂ ਭੱਜਦਾ ਕਿ ਉਸਨੂੰ ਸਿਰਫ ਸਜ਼ਾ ਮਿਲੇਗੀ। ਹਾਂ, ਬੱਚਾ ਅੱਧੀ ਛੁੱਟੀ ਸਕੂਲੋਂ ਪਹਿਲਾਂ ਭੱਜ ਜਾਂਦੇ ਹੁੰਦੇ ਸੀ ਨਿਆਣੇ, ਅੱਧੀ ਛੁੱਟੀ, ਹੁਣ ਤਾਂ ਨਹੀਂ ਭੱਜਦੇ। ਤਾਂ ਠੀਕ ਹੈ, ਉਹ ਕਿਉਂ ਨਹੀਂ ਉਹ ਇਸ ਲਈ ਨਹੀਂ ਭੱਜਦਾ ਕਿ ਉਸਨੂੰ ਸਿਰਫ ਸਜ਼ਾ ਮਿਲੇਗੀ। ਠੀਕ ਹੈ, ਧਿਆਨ ਨਾਲ ਸਮਝਣ ਵਾਲੀ ਗੱਲ ਆ। ਠੀਕ ਹੈ, ਅਗਲਾ ਦੇਖੋ ਪੜਾਅ ਦੂਜਾ ਕੀ? ਇਸ ਪੜਾਅ ਵਿੱਚ ਨਿੱਜੀ ਹਿੱਤ ਜੁੜੇ ਆ। ਦੂਸਰੇ ਪੜਾਅ ਵਿੱਚ ਕੀ ਹੈ? ਨਿੱਜੀ ਹਿੱਤ ਜੁੜੇ ਆ। ਬੱਚਾ ਦੂਜਿਆਂ ਦੀ ਲੋੜ ਹਿੱਤ ਨਾਲੋਂ ਨਿੱਜੀ ਜਾਂ ਸਵੈ ਹਿੱਤ ਬਾਰੇ ਵਧੇਰੇ ਸੋਚਦਾ ਹੈ। ਠੀਕ ਹੈ, ਆਪਣੇ ਬਾਰੇ ਜ਼ਿਆਦਾ ਸੋਚਦਾ। ਜਿਵੇਂ ਮਾਤਾ ਪਿਤਾ ਬੱਚੇ ਨੂੰ ਕੋਈ ਕਵਿਤਾ ਸੁਣਾਉਣ ਜਾਂ ਡਾਂਸ ਕਰਨ ਲਈ ਕਹਿੰਦੇ ਆ। ਠੀਕ ਹੈ, ਪਰ ਬੱਚਾ ਇਸ ਵਿੱਚ ਇਹ ਤਰਕ ਦਿੰਦਾ ਹੈ ਕਿ ਇਸ ਵਿੱਚ ਉਸਨੂੰ ਕੀ ਲਾਭ ਹੋਵੇਗਾ। ਜਦੋਂ ਆਪਾਂ ਕਹਿੰਦੇ ਨਾ ਕੋਈ ਪ੍ਰਾਹੁਣੇ ਆ ਜਾਣ ਤਾਂ ਜਵਾਕ ਨੂੰ ਵੈਸੇ ਹੀ ਕਹਿ ਦਿੰਦੇ ਕਿ ਚੱਲ ਬੇਟਾ ਤੂੰ ਡਾਂਸ ਕਰਕੇ ਦਿਖਾ, ਚੱਲ ਆਪਣੀ ਮਾਸੀ ਨੂੰ ਪੋਇਮ ਸੁਣਾ ਕੇ ਦਿਖਾ,
ਤਾਂ ਉਹ ਕਹਿੰਦਾ ਵੀ ਇਹਦੇ ਵਿੱਚ ਮੈਨੂੰ ਕੀ ਫਾਇਦਾ, ਠੀਕ ਹੈ, ਮਤਲਬ ਉਹਨੂੰ ਨਿੱਜੀ ਹਿੱਤ ਆ। ਤਾਂ ਇਹਦੇ ਵਿੱਚ ਕੀ ਹੈ ਤਾਂ ਜਦ ਮਾਤਾ ਪਿਤਾ ਉਹਨੂੰ ਕਹਿੰਦੇ ਕਿ ਤੈਨੂੰ ਟੌਫੀ ਮਿਲੇਗੀ ਜਾਂ ਕੋਈ ਚੀਜ਼ ਦਾ ਲਾਲਚ ਦਿੰਦੇ ਤਾਂ ਬੱਚਾ ਕੰਮ ਕਰਨ ਲਈ ਪ੍ਰੇਰਿਤ ਹੁੰਦਾ ਹੈ। ਇੱਦਾਂ ਹੀ ਆ, ਮੇਰੀ ਕਲਾਸ ਫਸਟ ਸੀਗੀ, ਠੀਕ ਹੈ ਨਾ, ਸੇਮ ਇਹੀ ਸਿਧਾਂਤ ਉਹਨਾਂ 'ਤੇ ਅਪਣਾਇਆ ਗਿਆ। ਉਹਨਾਂ ਨੂੰ ਉਹ EVS ਤੋਂ ਬਹੁਤ ਡਰਦੇ ਸੀ, ਇੰਗਲਿਸ਼ 'ਚ ਕੁਐਸਚਨ ਨਹੀਂ ਸੀ ਬਣਾਉਣੇ ਹੁੰਦੇ ਕਿਉਂਕਿ ਅਜੇ ਪ੍ਰਾਇਮਰੀ 'ਚੋਂ ਨਿਕਲੇ ਸੀਗੇ, ਠੀਕ ਹੈ ਨਾ, ਤਾਂ ਉਹਨਾਂ ਨੂੰ ਲਿਖਣਾ ਨਹੀਂ ਸੀ ਆਉਂਦਾ ਇੰਗਲਿਸ਼ ਦੇ ਵਿੱਚ, ਤਾਂ ਫਿਰ ਇੱਦਾਂ EVS ਤੋਂ ਬੜਾ ਡਰਦੇ ਸੀ, ਵੱਡੇ ਵੱਡੇ ਮਤਲਬ ਯਾਦ ਨਹੀਂ ਸੀ ਹੋ ਰਿਹਾ ਉਹਨਾਂ ਨੂੰ, ਹੈ ਨਾ। ਤਾਂ ਉਹਨਾਂ ਨੂੰ ਮੈਂ ਚੋਕਲੇਟ ਦਾ ਕਿਹਾ ਕਿ ਮੈਂ ਤੁਹਾਨੂੰ ਚੋਕਲੇਟ ਦਊਂਗੀ ਜਿਹਨੇ ਵਧੀਆ ਰਾਈਟਿੰਗ ਕੀਤੀ ਅਤੇ ਜਿਹਨੇ ਟੈਸਟ ਵਧੀਆ ਕੀਤਾ। ਤਾਂ ਉਹਨਾਂ ਨੂੰ ਜਿੱਦਣ ਚੋਕਲੇਟ ਮਿਲਣ ਦਾ ਕਿਹਾ, ਦੂਸਰੇ ਦਿਨ ਹੀ ਟੈਸਟ ਸਾਰਿਆਂ ਦਾ ਵਧੀਆ ਹੋਣ ਲੱਗ ਗਿਆ। ਤਾਂ ਇੱਥੋਂ ਲੱਗਦਾ ਕਿ ਬੱਚਾ ਉੱਥੇ ਨਿੱਜੀ ਹਿੱਤ ਬਾਰੇ ਸੋਚ ਰਿਹਾ ਕਿ ਮੈਨੂੰ ਕੀ ਮਿਲੇਗਾ ਟੈਸਟ ਕਰਨ, ਜਾਂ ਮੇਰੇ ਨੰਬਰ ਵਧੀਆ ਆ ਗਏ ਤਾਂ ਮੈਨੂੰ ਕੀ ਮਿਲੇਗਾ, ਠੀਕ ਹੈ। ਫਿਰ ਜਦੋਂ ਆਪਾਂ ਤਾਰੀਫ ਕਰਦੇ ਹਾਂ ਤਾਂ ਉਹ ਚੀਜ਼ਾਂ ਸਾਰੀਆਂ ਇਹੀ ਸਿਧਾਂਤ ਲਾਗੂ ਹੁੰਦੇ ਉੱਥੇ। ਅੱਗੇ ਹੈ ਕਨਵੈਨਸ਼ਨਲ ਲੈਵਲ। ਹੁਣ ਅਸੀਂ ਪ੍ਰੀ ਕਨਵੈਨਸ਼ਨਲ ਦੇ ਵਿੱਚ ਦੇਖ ਲਿਆ ਕਿ ਬੱਚਾ ਦੋ ਪੜਾਅ ਇਹਦੇ ਵਿੱਚ ਦੇਖੇ ਕਿ ਬੱਚਾ ਸਿਰਫ ਕਿਰਿਆ ਦੇ ਨਤੀਜੇ ਨੂੰ ਦੇਖਦਾ ਹੈ, ਠੀਕ ਹੈ। ਪਹਿਲੇ ਵਿੱਚ ਉਹ ਕਿਰਿਆ ਦੇ ਬਾਹਰੀ ਨਤੀਜੇ ਨੂੰ ਦੇਖਦਾ ਹੈ, ਠੀਕ ਹੈ। ਉਸ ਤੋਂ ਬਾਅਦ ਦੂਜੇ ਵਿੱਚ ਦੇਖਿਆ ਕਿ ਉਹ ਆਪਣੇ ਨਿੱਜੀ ਹਿੱਤ ਦੇਖਦਾ। ਕਨਵੈਨਸ਼ਨਲ ਲੈਵਲ ਰਸਮੀ ਪੜਾਅ, ਨੈਤਿਕਤਾ ਦਾ ਇਹ ਪੱਧਰ ਕਿਸ਼ੋਰਾਂ ਤੇ ਬਾਲਗਾਂ ਵਿੱਚ ਵਧੇਰੇ ਹੁੰਦਾ। ਪਹਿਲਾ ਪੜਾਅ ਕਿਹਨਾਂ ਵਿੱਚ ਆ? ਬੱਚਿਆਂ ਵਿੱਚ, ਸਿਰਫ ਜਿਹੜੇ ਬੱਚੇ ਆ, ਬਾਲ ਛੋਟੇ, ਠੀਕ ਹੈ। ਅੱਗੇ ਹੈ ਕਨਵੈਨਸ਼ਨਲ ਲੈਵਲ, ਜਿਹੜੇ ਕਿਸ਼ੋਰ ਬਾਲਗ ਬੱਚੇ ਹੁੰਦੇ ਆ, ਠੀਕ ਹੈ। ਇੱਥੇ ਕਿਰਿਆਵਾਂ ਦੀ ਨੈਤਿਕਤਾ ਦਾ ਨਿਰੀਖਣ ਸਮਾਜਿਕ ਨਜ਼ਰੀਏ ਅਤੇ ਉਮੀਦਾਂ ਰਾਹੀਂ ਕੀਤਾ ਜਾਂਦਾ ਹੈ। ਕਿਰਿਆ ਦਾ ਸਹੀ ਜਾਂ ਗਲਤ ਹੋਣਾ ਸਮਾਜਿਕ ਪਰੰਪਰਾਵਾਂ ਤੋਂ ਨਿਰਧਾਰਿਤ ਕੀਤਾ ਜਾਂਦਾ ਹੈ, ਭਾਵ ਜੋ ਵਿਅਕਤੀ ਸਮਾਜ ਦੁਆਰਾ ਬਣਾਏ ਗਏ ਮਾਪਦੰਡਾਂ ਦੀ ਪਾਲਣਾ ਕਰਦਾ ਹੈ ਉਹਨੂੰ ਨੈਤਿਕ ਸਮਝਿਆ ਜਾਂਦਾ ਹੈ, ਠੀਕ ਹੈ। ਦੇਖੋ ਪੜ੍ਹਦੇ ਆਪਾਂ ਤੀਜਾ। ਇੱਥੇ ਵਿਅਕਤੀ ਸਮਾਜਿਕ ਮਿਆਰਾਂ ਨੂੰ ਧਿਆਨ ਵਿੱਚ ਰੱਖ ਕੇ ਸਮਾਜ ਵਿੱਚ ਵਿਚਰਦਾ ਹੈ। ਹਰ ਕੋਈ ਚੰਗਾ ਵਿਅਕਤੀ ਅਖਵਾਉਣਾ ਚਾਹੁੰਦਾ ਹੈ, ਠੀਕ ਹੈ। ਇੱਥੇ ਨੈਤਿਕਤਾ ਦਾ ਤਰਕ ਸਮਾਜਿਕ ਸੰਬੰਧਾਂ ਦੀ ਸਫਲਤਾ, ਪਰਪੱਕਤਾ, ਆਦਰ ਰਾਹੀਂ ਦੇਖਿਆ ਜਾਂਦਾ ਕਿ ਹਾਂ ਬਈ ਬੱਚਾ ਵੱਡਿਆਂ ਨੂੰ ਮੱਥਾ ਟੇਕਦਾ ਹੈ, ਬੱਚਾ ਸਤਿ ਸ੍ਰੀ ਅਕਾਲ ਬੁਲਾਉਂਦਾ ਹੈ, ਹੱਥ ਜੋੜ ਕੇ ਪ੍ਰਣਾਮ ਕਰਦਾ ਹੈ, ਜਾਂ ਫਿਰ ਕਹਿ ਦਿੰਦੇ ਆ ਕਿ ਉਹਦੀ ਦੋਸਤੀ ਬੜੀ ਵਧੀਆ ਹੈ, ਜਾਂ ਆਪਣੇ ਪੇਰੈਂਟਸ ਨਾਲ ਕਿਸ ਤਰ੍ਹਾਂ ਰਹਿੰਦਾ, ਆਪਣੇ ਪੇਰੈਂਟਸ ਦੇ ਟੀਚਰ ਔਰ ਸਟੂਡੈਂਟਸ ਦੇ ਕੀ ਸੰਬੰਧ ਨੇ, ਉਹਦਾ ਆਪਣੇ ਸਹਿਪਾਠੀਆਂ ਨਾਲ ਕਿਹੋ ਜਿਹਾ ਵਿਵਹਾਰ ਹੈ, ਉਹਨਾਂ ਸਾਰਿਆਂ ਦੀ ਪਰਪੱਕਤਾ ਨੂੰ ਦੇਖਦੇ ਹੋਏ ਹੀ ਇੱਥੇ ਨਿਰਣਾ ਲਿਆ ਜਾਂਦਾ ਹੈ, ਠੀਕ ਹੈ। ਅੱਗੇ ਹੈ ਵੀ ਚੌਥਾ, ਇਸ ਪੜਾਅ ਵਿੱਚ ਸਥਾਨਿਕ ਪ੍ਰਸ਼ਾਸਨ ਤੇ ਸਮਾਜਿਕ ਨਿਯਮਾਂ ਪ੍ਰਤੀ ਵਚਨਬੱਧਤਾ, ਸਹਿਨਸ਼ੀਲਤਾ ਤੇ ਆਗਿਆਕਾਰੀ ਹੋਣਾ ਨੈਤਿਕਤਾ ਹੋਣਾ ਸਮਝਿਆ ਜਾਂਦਾ ਹੈ। ਇਹਦੇ ਵਿੱਚ ਕੀ ਸਮਝਿਆ ਜਾਂਦਾ, ਦੇਖੋ ਜਦੋਂ ਕੋਈ ਇਹਨਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਹ ਅਨੈਤਿਕ ਮੰਨਿਆ ਜਾਂਦਾ ਹੈ। ਸਮਾਜ ਦੇ ਬਹੁਤ ਸਾਰੇ ਲੋਕ ਚੌਥੇ ਪੜਾਅ ਤੱਕ ਹੀ ਪਹੁੰਚਦੇ ਹਨ। ਵੈਰੀ ਇੰਪੋਰਟੈਂਟ ਗੱਲ, ਠੀਕ ਹੈ। ਜਿਹੜੇ ਕੋਲਬਰਗ ਨੇ ਬਹੁਤ ਇੰਪੋਰਟੈਂਟ ਥਿਊਰੀ ਦਿੱਤੀ ਆ। ਇਹਦੇ ਵਿੱਚ ਉਹਨੇ ਤੀਜੇ 'ਚ ਤਾਂ ਆਪਾਂ ਦੇਖ ਲਿਆ ਵੀ ਸਾਡੇ ਸੋਸ਼ਲ ਰਿਲੇਸ਼ਨ ਅੱਛੇ ਨੇ, ਠੀਕ ਹੈ ਨਾ, ਆਪਾਂ ਸਮਾਜ ਦੇ ਵਿੱਚ ਸਾਡੇ ਰਿਲੇਸ਼ਨ ਅੱਛੇ ਨੇ, ਅਸੀਂ ਵਧੀਆ ਰਹਿੰਦੇ ਹਾਂ, ਠੀਕ ਹੈ, ਤਾਂ ਉਹ ਹੋ ਗਿਆ। ਅਤੇ ਚੌਥੇ ਦੇ ਵਿੱਚ ਕੀ ਆਗਿਆਕਾਰੀ ਹੋਣਾ, ਵਚਨਬੱਧਤਾ ਆਪਣੇ ਦੇਸ਼ ਪ੍ਰਤੀ, ਆਪਣੇ ਸਕੂਲ ਪ੍ਰਤੀ, ਆਪਣੇ ਪੇਰੈਂਟਸ ਪ੍ਰਤੀ, ਆਪਣੇ ਫਰੈਂਡਸ ਪ੍ਰਤੀ, ਆਪਣੇ ਪ੍ਰਤੀ, ਠੀਕ ਹੈ। ਸਹਿਨਸ਼ੀਲਤਾ ਹੋ ਗਈ, ਆਗਿਆਕਾਰੀ, ਇਨੋਸੈਂਟ, ਠੀਕ ਹੈ, ਉਹ ਸਾਰੇ ਇਹਦੇ ਵਿੱਚ ਆ ਜਾਂਦਾ। ਅਤੇ ਜੇ ਇਹਦੇ ਵਿੱਚ ਕੀ ਹੈ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਹਨੂੰ ਕੀ ਸਮਝਿਆ ਜਾਂਦਾ, ਅਨੈਤਿਕ ਮੰਨਿਆ ਜਾਂਦਾ, ਠੀਕ। ਲੋਕ ਸਿਰਫ ਚੌਥੇ ਪੜਾਅ ਤੱਕ ਪਹੁੰਚਦੇ। ਅਗਲੇ ਪੜਾਅ ਦੇਖੀਏ ਹੁਣ ਕਿੰਨੇ ਇੰਟਰਸਟਿੰਗ ਆ। ਪੋਸਟ ਕਨਵੈਨਸ਼ਨਲ ਲੈਵਲ, ਠੀਕ ਹੈ। ਇਹਦੇ ਵਿੱਚ ਕੀ ਹੈ, ਇਸ ਪੱਧਰ ਨੂੰ ਥੋੜ੍ਹਾ ਲਿਖਾਈ ਕਾਫੀ ਟਾਈਮ ਦਾ ਲਿਖਿਆ ਹੋਇਆ, ਪੇਜ ਪੂਜ ਇੱਦਾਂ ਹੀ ਹੋਏ ਇਹਦੇ। ਇਸ ਪੱਧਰ ਨੂੰ ਸਿਧਾਂਤਕ ਪੱਧਰ ਪ੍ਰਿੰਸੀਪਲ ਲੈਵਲ ਵੀ ਕਿਹਾ ਜਾਂਦਾ ਹੈ। ਭਾਵੇਂ ਸਮਾਜ ਵਿਅਕਤੀਆਂ ਦੁਆਰਾ ਬਣਿਆ ਹੁੰਦਾ ਪਰ ਕੁਝ ਵਿਅਕਤੀ ਵਿਸ਼ੇਸ਼ ਸਮਾਜ ਤੋਂ ਭਿੰਨ ਹੁੰਦੇ ਆ। ਵੈਰੀ ਇੰਟਰਸਟਿੰਗ ਸਟੇਜ ਆਫ ਕੋਲਬਰਗਸ ਥਿਊਰੀ, ਠੀਕ ਹੈ। ਪਰ ਕੁਝ ਵਿਅਕਤੀ ਵਿਸ਼ੇਸ਼ ਸਮਾਜ ਤੋਂ ਭਿੰਨ ਹੁੰਦੇ ਨੇ ਅਤੇ ਕਈ ਵਾਰ ਕਿਸੇ ਵਿਸ਼ੇਸ਼ ਵਿਅਕਤੀ ਦਾ ਆਪਣਾ ਨਜ਼ਰੀਆ ਸਮਾਜ ਦੇ ਦ੍ਰਿਸ਼ਟੀਕੋਣ ਤੋਂ ਉੱਪਰ ਜਾਂ ਵੱਖਰਾ ਹੁੰਦਾ। ਕੁਝ ਲੋਕਾਂ ਦਾ ਨਜ਼ਰੀਆ ਵੱਖਰਾ ਹੁੰਦਾ ਜੋ ਸਾਰੀ ਸੁਸਾਇਟੀ ਸੋਚਦੀ ਆ, ਠੀਕ ਹੈ। ਇਹ ਵਿਅਕਤੀ ਵਿਸ਼ੇਸ਼ ਆਪਣੇ ਹੀ ਸਿਧਾਂਤਾਂ ਦੇ ਵਿਰੁੱਧ ਜਾ ਸਕਦੇ ਆ। ਇਹਨਾਂ ਵਿਅਕਤੀਆਂ ਦੀ ਵਿਚਾਰਧਾਰਾ ਇਹ ਹੁੰਦੀ ਹੈ ਕਿ ਨਿਯਮ ਸਿਧਾਂਤ ਲਈ ਲਾਭਕਾਰੀ ਹੁੰਦੇ ਹਨ, ਪਰ ਸਮੇਂ ਦੇ ਨਾਲ ਇਹਨਾਂ ਨਿਯਮਾਂ ਵਿੱਚ ਕਦਰਾਂ ਕੀਮਤਾਂ ਅਤੇ ਮਾਨਵੀ ਅਧਿਕਾਰਾਂ ਦੀ ਰੱਖਿਆ ਕਰਨ ਲਈ ਪ੍ਰਵਰਤਨ ਕਰਨੇ ਜ਼ਰੂਰੀ ਆ। ਕਹਿੰਦੇ ਨਾ ਵੀ ਉਹ ਤਾਂ ਬਾਗੀ ਆ, ਮਤਲਬ ਉਹ ਕਹਿੰਦੇ ਕਿ ਆਪਾਂ ਪੜ੍ਹਦੇ ਹਾਂ, ਨਾਟਕ ਵੀ ਪੜ੍ਹਦੇ ਹਾਂ, ਇਕਾਂਗੀਆਂ ਪੜ੍ਹਦੇ, ਕਹਾਣੀਆਂ ਪੜ੍ਹਦੇ, ਕੋਈ ਪਾਤਰ ਹੁੰਦਾ ਜਿਹੜਾ ਪਿਛਲੀਆਂ ਰੂੜੀਵਾਦੀ ਧਾਰਨਾਵਾਂ ਨੂੰ ਤੋੜ ਕੇ ਅੱਗੇ ਵੱਧਦਾ ਹੈ, ਤਾਂ ਉਹ ਚੀਜ਼ਾਂ ਇਸ ਸਟੇਜ ਦੇ ਵਿੱਚ ਆ ਜਾਂਦੀਆਂ ਆ, ਠੀਕ ਹੈ। ਮਤਲਬ ਕਿ ਪੁਰਾਣੇ ਮਤਲਬ ਕੁਝ ਚੇਂਜ ਚਾਹੁੰਦਾ ਆ, ਉਹ ਦੂਸਰਿਆਂ ਨਾਲੋਂ ਵੱਖਰਾ ਹੁੰਦਾ। ਬਹੁਤ ਰੇਅਰ ਪਰਸਨ ਹੁੰਦੇ, ਇਸ ਸਟੇਜ ਤੱਕ ਕੋਈ ਨਹੀਂ ਪਹੁੰਚਦਾ, 10% ਮਸੀਂ 5%, ਠੀਕ ਹੈ। ਅਗਲਾ, ਇਹ ਪੜਾਅ ਸਮਾਜਿਕ ਭਲਾਈ ਤੋਂ ਪ੍ਰੇਰਿਤ ਹੁੰਦਾ ਹੈ।
ਠੀਕ ਹੈ। ਦੁਨੀਆ ਵਿੱਚ ਵੱਖ-ਵੱਖ ਵਿਚਾਰਧਾਰਾਵਾਂ, ਹੱਕ ਅਤੇ ਵੈਲਿਊਜ਼, ਕੀਮਤਾਂ ਹੁੰਦੀਆਂ ਨੇ। ਇਸ ਲਈ ਆਮ ਆਪਸੀ ਸਤਿਕਾਰ ਹੋਣਾ ਜ਼ਰੂਰੀ ਹੈ, ਹੋਣਾ ਚਾਹੀਦਾ ਹੈ। ਸਮਾਜ ਜਾਂ ਕਾਨੂੰਨ ਸਮਾਜਿਕ ਭਲਾਈ ਲਈ ਹੁੰਦੇ ਹਨ ਅਤੇ ਜਿਹੜੇ ਕਾਨੂੰਨ ਅਜਿਹਾ ਨਹੀਂ ਕਰ ਪਾਉਂਦੇ, ਲੋੜ ਪੈਣ 'ਤੇ ਉਹਨਾਂ ਵਿੱਚ ਤਬਦੀਲੀ ਕਰਨੀ ਚਾਹੀਦੀ ਆ, ਠੀਕ ਹੈ, ਤਾਂ ਜੋ ਵੱਧ ਤੋਂ ਵੱਧ ਲੋਕਾਂ ਦਾ ਵੱਧ ਤੋਂ ਵੱਧ ਭਲਾ ਹੋ ਸਕੇ। ਲੋਕਤੰਤਰ ਇਸੇ ਤਰਕ ਵਿੱਚ ਹੋਂਦ ਵਿੱਚ ਆਇਆ ਹੈ। ਹੁਣ ਤੁਸੀਂ ਇੱਥੇ ਦੇਖ ਲੈਣਾ ਧਿਆਨ ਨਾਲ, ਠੀਕ ਹੈ। ਇਹਦੇ ਵਿੱਚ ਵਿਚਾਰਧਾਵਾਂ ਹੋ ਗਈਆਂ, ਹੱਕ, ਕੀਮਤਾਂ, ਠੀਕ ਹੈ, ਜੋ ਪਹਿਲਾਂ ਮਤਲਬ ਇਹਦੇ ਵਿੱਚ ਇਨਸਾਨ ਜਿਹੜਾ ਉਹ ਸੋਚਦਾ ਕਿ ਇਹਦੇ ਵਿੱਚ ਚੇਂਜਿਸ ਹੋਣੀਆਂ ਚਾਹੀਦੀਆਂ ਹੈ ਸਮੇਂ ਸਮੇਂ ਦੇ ਨਾਲ, ਠੀਕ ਹੈ। ਉਹੀ ਕਾਨੂੰਨ ਸਹੀ ਮੰਨੇ ਜਾਣਗੇ ਜਿਹੜੇ ਲੋਕਾਂ ਦੀ ਭਲਾਈ ਵਾਸਤੇ ਆ, ਠੀਕ ਹੈ। ਜੇ ਲੋਕਾਂ ਦੀ ਉਹ ਭਲਾਈ ਨਹੀਂ ਕਰ ਰਿਹਾ ਤਾਂ ਉਹ ਕਾਨੂੰਨ ਕਿਸੇ ਕੰਮ ਦੇ ਨਹੀਂ, ਉਹਨਾਂ ਵਿੱਚ ਤਬਦੀਲੀ ਕਰਨੀ ਚਾਹੀਦੀ ਹੈ, ਠੀਕ ਹੈ। ਪੜਾਅ ਨੰਬਰ ਇਹ 5 ਹੋ ਗਿਆ ਆਪਣਾ। ਅਤੇ 6 ਦੇਖੋ, ਇਸ ਪੜਾਅ ਵਿੱਚ ਨੈਤਿਕ ਨਿਯਮਾਂ ਦੀ ਸਰਵ ਵਿਆਪਕਤਾ ਦਾ ਆਧਾਰ ਬਣਾਇਆ ਜਾਂਦਾ ਹੈ। ਕਾਨੂੰਨ ਜਾਂ ਸਿਧਾਂਤ ਤਾਂ ਹੀ ਵੈਲਿਊਡ ਹੁੰਦੇ ਹਨ ਜੇਕਰ ਉਹ ਹਰ ਪੱਖ ਤੋਂ ਨਿਆਂ ਕਰਨ। ਨਿਯਮਾਂ ਦੇ ਸੰਦਰਭ ਵਿੱਚ ਨੈਤਿਕਤਾ ਦੀ ਪਰਖ ਕਰਨੀ ਇਸ ਪੜਾਅ ਵਿੱਚ ਆਉਂਦਾ ਹੈ, ਠੀਕ ਹੈ ਜੀ। ਜਿੰਨੇ ਵੀ ਰੂਲਸ ਸਾਡੇ ਵਰਲਡ ਲੈਵਲ 'ਤੇ, ਕੰਟਰੀ ਲੈਵਲ 'ਤੇ ਨੇ, ਉਹ ਤਾਂ ਹੀ ਅਸੀਂ ਸਹੀ ਮੰਨਾਂਗੇ, ਵੈਲਿਡ ਮੰਨਾਂਗੇ ਜੇਕਰ ਉਹ ਹਰ ਪੱਖ ਤੋਂ ਨਿਆਂ ਕਰਦੇ ਹੋਣ, ਠੀਕ ਹੈ। ਇਹਦੇ ਵਿੱਚ ਸਾਰਾ ਨਿਯਮਾਂ ਦੇ ਸੰਬੰਧ ਵਿੱਚ ਆ ਜਾਂਦਾ ਕੰਮ। ਅਤੇ ਇਹ ਤੁਸੀਂ ਸ਼ੇਪ ਜਿਹੜੇ ਸਟੇਜਿਸ ਇਹਨਾਂ ਨੂੰ ਸਾਰਾ ਧਿਆਨ ਦੇ ਨਾਲ ਦੇਖ ਲੈਣਾ। ਅਤੇ ਇਹ ਮੈਨੂੰ ਬਹੁਤ ਵਧੀਆ ਥਿਊਰੀ ਲੱਗਦੀ ਆ, ਤਾਂ ਵੈਰੀ ਇੰਟਰਸਟਿੰਗ ਨਾਲ ਸਾਈਕੋ ਪੜ੍ਹਿਆ ਕਰੋ, ਬਹੁਤ ਵਧੀਆ, ਬਹੁਤ ਕੁਝ ਸਿੱਖਣ ਨੂੰ ਮਿਲਦਾ। ਧੰਨਵਾਦ, ਰੱਬ ਰਾਖਾ।